हाँ जी स्टूडेंट्स, ह्यूमन राइट्स एंड वैल्यू एजुकेशन वाले पेपर 'ਚ ਅਸੀਂ ਕਰਾਂਗੇ मीनिंग ऑफ वैल्यूज़। सैक्शन बी ਦਾ ਪਹਿਲਾ ਲੈਸਨ ਆ ਤੁਹਾਡਾ। ਇਹ ਕੀ ਹੁੰਦੇ ਨੇ ਮੁੱਲ। ਜੇ ਅਸੀਂ ਫਿਲਾਸਫੀ ਦੇ ਅਕੋਰਡਿੰਗ ਦੇਖੀਏ ਤਾਂ ਮੁੱਲ ਜਿਹੜੇ ਨੇ ਉਹ ਕਨਸੈਪਟ ਅਰਥ ਸ਼ਾਸਤਰ ਦੇ ਖੇਤਰ 'ਚੋਂ ਆਇਆ। ਅਰਥ ਸ਼ਾਸਤਰ 'ਚ ਕੀ ਆ, ਦੋ ਢੰਗਾਂ ਨਾਲ ਮੁੱਲਾਂ ਦਾ ਪ੍ਰਯੋਗ ਕੀਤਾ ਜਾਂਦਾ। ਇੱਕ ਤਾਂ ਐਕਸਚੇਂਜ ਵੈਲਿਊ ਤੇ ਇੱਕ ਯੂਟਿਲਿਟੀ ਵੈਲਿਊ, ਵਟਾਂਦਰਾ ਮੁੱਲ ਤੇ ਉਪਯੋਗਤਾ ਮੁੱਲ। ਇੱਕ ਚੀਜ਼ ਦਾ ਮੁੱਲ ਦੂਸਰੀ ਚੀਜ਼ ਦੀ ਤੁਲਨਾ ਵਿੱਚ ਕਿੰਨਾ ਹੈ। ਇਸ ਦਾ ਅਨੁਮਾਨ ਮੁਦਰਾ ਦੇ ਆਧਾਰ ਤੇ ਲਾਇਆ ਜਾਂਦਾ। ਮੁਦਰਾ ਕੀ ਹੁੰਦੀ ਹੈ? ਧਨ ਦੌਲਤ, ਇਹ ਚੀਜ਼ਾਂ ਦਾ ਮੁੱਲ ਪਾਉਂਦਾ ਹੈ। ਦੂਸਰਾ ਮੁੱਲ ਕੀ ਆ? ਉਹ ਚੀਜ਼ ਦੀ ਉਹ ਸਮਰੱਥਾ ਜਿਸ ਦੇ ਆਧਾਰ ਤੇ ਉਹ ਮਨੁੱਖ ਦੀ ਭੁੱਖ ਨੂੰ ਮਿਟਾਉਂਦਾ ਹੈ। ਮਤਲਬ ਕੀ ਆ ਕਿ ਇੱਕ ਤਾਂ ਉਹ ਮੁੱਲ ਹੁੰਦੇ ਨੇ ਜਿਹੜੇ ਸਾਡੇ ਲਈ ਉਪਯੋਗੀ ਹੁੰਦੇ ਨੇ, ਇੱਕ ਉਹ ਮੁੱਲ ਹੁੰਦੇ ਨੇ ਜਿਨ੍ਹਾਂ ਦੀ ਤੁਲਨਾ ਕਰਕੇ ਅਸੀਂ ਕੋਈ ਹੋਰ ਆਪਣੀ ਪਸੰਦ ਦੀ ਚੀਜ਼ ਆ ਜਿਹੜੀ ਉਹ ਲੈ ਸਕਦੇ ਹਾਂ। ਮੁੱਲ ਦਾ ਪਹਿਲਾ ਅਰਥ ਵਟਾਂਦਰਾ। ਤਾਂ ਹੁਣ ਵਟਾਂਦਰਾ ਦੇਖਦੇ ਹਾਂ ਅਸੀਂ। ਹੁਣ ਕੇਵਲ ਅਰਥ ਸ਼ਾਸਤਰ ਤੱਕ ਹੀ ਸੀਮਿਤ ਰਹਿ ਗਿਆ। ਤਾਂ ਜਿਹੜਾ ਵਟਾਂਦਰਾ ਹੈ ਉਹਦਾ ਕਨਸੈਪਟ ਹੈ ਜਿਹੜਾ ਹੁਣ ਘਟ ਗਿਆ। ਇਹ ਸਿਰਫ ਇੱਕ ਇਕਨੋਮਿਕਸ ਦਾ ਹੀ ਵਿਸ਼ਾ ਰਹਿ ਗਿਆ। ਪਰ ਜਿਹੜਾ ਦੂਸਰਾ ਅਰਥ ਆ ਉਪਯੋਗਤਾ, ਇਹ ਦਰਸ਼ਨ ਸ਼ਾਸਤਰ ਦੇ ਖੇਤਰ 'ਚੋਂ ਆਉਂਦਾ ਏ। ਤਾਂ ਅਸੀਂ ਕਹਿ ਸਕਦੇ ਹਾਂ ਕਿ ਮੁੱਲ ਉਹ ਹੈ ਜੋ ਮਾਨਵ ਦੀ ਇੱਛਾ ਨੂੰ ਪੂਰਾ ਕਰਦਾ ਹੈ। ਮਾਨਵ ਦੀ ਇੱਛਾ ਨੂੰ ਪੂਰਾ ਕਰਦਾ ਏ, ਚਾਹੇ ਉਹ ਐਕਸਚੇਂਜ ਕਰਕੇ, ਚਾਹੇ ਉਹ ਉਪਯੋਗਤਾ ਕਰਕੇ, ਇਹ ਕਿਸੇ ਵੀ ਕਰਕੇ ਹੋ ਸਕਦਾ ਏ। ਇੱਥੇ ਪ੍ਰੋਫੈਸਰ ਅਰਬਨ ਦਾ ਜਿਹੜਾ ਲਿਖਿਆ ਹੋਇਆ ਕਥਨ ਆ ਇੰਪੋਰਟੈਂਟ ਆ। ਤਾਂ ਇਹ ਵਧੀਆ ਲਾਈਨਾਂ ਨੇ, ਤੁਸੀਂ ਐਡ ਕਰ ਸਕਦੇ ਹੋ ਮੁੱਲ ਦੇ ਵਿੱਚ। ਮੁੱਲ ਉਹ ਹੈ ਜੋ ਮਾਨਵ ਇੱਛਾ ਦੀ ਤ੍ਰਿਪਤੀ ਕਰੇ, ਜੋ ਵਿਅਕਤੀ ਅਤੇ ਉਸਦੀ ਜਾਤੀ ਦੀ ਸੁਰੱਖਿਆ ਵਿੱਚ ਸਹਾਇਕ ਹੋਵੇ। ਅੰਤ ਵਿੱਚ ਉਹ ਕਹਿੰਦੇ ਹਨ ਕਿ ਇਸ ਵਿੱਚ ਮਾਨਵ ਦੀਆਂ ਜੈਵਿਕ ਤੋਂ ਲੈ ਕੇ ਅਧਿਆਤਮਿਕ ਸਾਰੀਆਂ ਲੋੜਾਂ ਸ਼ਾਮਲ ਹਨ। ਤਾਂ ਮੁੱਲ ਕੀ ਨੇ? ਜਿਹਦੇ ਵਿੱਚ ਸਾਰੀਆਂ ਲੋੜਾਂ ਸ਼ਾਮਲ ਨੇ। ਸਾਰੀਆਂ ਲੋੜਾਂ ਦੀ ਪੂਰਤੀ ਜੋ ਸਾਡੀ ਚੀਜ਼ ਕਰਦੀ ਆ ਉਹ ਮੁੱਲ ਆ ਸਾਡੇ ਲਈ। ਇਹਨਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਆ। ਮਨੁੱਖ ਆ ਜਿਹੜਾ ਹਰ ਤਰੀਕੇ ਨਾਲ ਆਪਣੀ ਜਿਹੜੀ ਇੱਛਾ ਦੀ ਪੂਰਤੀ ਕਰਨੀ ਚਾਹੁੰਦਾ ਏ। ਇਸ ਤਰ੍ਹਾਂ ਅਸੀਂ ਕਹਿ ਸਕਦੇ ਕਿ ਮੁੱਲ ਉਹ ਸੱਚ ਹੈ ਜਿਸ ਲਈ ਵਿਅਕਤੀ ਜਿਉਂਦਾ ਹੈ ਤੇ ਲੋੜ ਪੈਣ ਤੇ ਸੰਘਰਸ਼ ਕਰਨ, ਦੁੱਖ ਸਹਿਣ ਤੇ ਮੌਤ ਨੂੰ ਸਵੀਕਾਰ ਕਰਨ ਲਈ ਵੀ ਤਤਪਰ ਰਹਿੰਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਮੁੱਲ ਜਿਹੜੇ ਨੇ ਮਨੁੱਖ ਦੇ ਅੰਤਰ ਮਨ ਵਿੱਚ ਜਾਗਦੀ ਹੋਈ ਸ਼ਕਤੀ ਹੈ ਜੋ ਉਸ ਨੂੰ ਵਿਸ਼ੇਸ਼ ਪ੍ਰਕਾਰ ਨਾਲ ਕਰਮ ਕਰਨ ਲਈ ਪ੍ਰੇਰਿਤ ਕਰਦੀ ਹੈ, ਉਸ ਦੇ ਆਚਰਣ ਨੂੰ ਸ਼ਾਸਿਤ ਕਰਦੀ ਹੈ। ਤਾਂ ਅਸੀਂ ਜੇ ਦੇਖੀਏ ਇੱਥੇ ਤਾਂ ਮੁੱਲ ਸਾਡੇ ਉਹ ਨੇ ਜੋ ਸਾਡੀਆਂ ਲੋੜਾਂ ਨੂੰ ਪੂਰਾ ਕਰਦੇ ਨੇ, ਸਾਡੀਆਂ ਇੱਛਾਵਾਂ ਦੀ ਪੂਰਤੀ ਕਰਦੇ ਨੇ। ਇਹਨਾਂ ਲਈ ਚਾਹੇ ਸਾਨੂੰ ਕਿੰਨੇ ਮਰਜ਼ੀ ਦੁੱਖ ਸਹਿਣੇ ਪੈਣ ਤਾਂ ਅਸੀਂ ਆਪਣੀਆਂ ਇੱਛਾਵਾਂ ਲਈ ਕੁਝ ਵੀ ਕਰ ਸਕਦੇ ਹਾਂ। ਤਾਂ ਇਹਨਾਂ ਨੂੰ ਹੀ ਜ਼ਿੰਦਗੀ ਦੇ ਜਿਹੜੇ ਨੇ ਮੁੱਲ ਕਿਹਾ ਜਾਂਦਾ ਏ। ਮੁੱਲ ਦੀਆਂ ਪਰਿਭਾਸ਼ਾਵਾਂ ਕਰ ਸਕਦੇ ਹੋ ਤੁਸੀਂ। ਮੁੱਲ ਅੰਗਰੇਜ਼ੀ ਸ਼ਬਦ ਵੈਲਿਊ ਦਾ ਸਮਾਨਾਰਥੀ ਸ਼ਬਦ ਹੈ ਜੋ ਲੈਟਿਨ ਭਾਸ਼ਾ ਦੇ ਸ਼ਬਦ ਵੈਲਿਅਰ ਤੋਂ ਉਤਪਤ ਹੋਇਆ ਮੰਨਿਆ ਜਾਂਦਾ ਹੈ, ਜੋ ਕਿਸੇ ਵਸਤੂ ਦੀ ਕੀਮਤ ਜਾਂ ਉਪਯੋਗਤਾ ਨੂੰ ਪ੍ਰਗਟ ਕਰਦਾ ਹੈ। ਇਸ ਅਰਥ ਅਨੁਸਾਰ ਮੁੱਲ ਇੱਕ ਮਿਆਰ ਹੈ, ਸਟੈਂਡਰਡ ਹੈ। ਮਨੁੱਖ ਕਿਸੇ ਵਸਤੂ, ਕਿਰਿਆ, ਵਿਚਾਰ ਨੂੰ ਅਪਣਾਉਣ ਤੋਂ ਪਹਿਲਾਂ ਇਹ ਨਿਰਣਾ ਕਰਦਾ ਹੈ ਕਿ ਉਹ ਉਸ ਨੂੰ ਅਪਣਾਵੇ ਜਾਂ ਤਿਆਗ ਦੇਵੇ, ਵੀ ਉਹ ਜਿਹੜੀ ਵਸਤੂ ਆ ਉਹਦੇ ਲਈ ਕਿੰਨੀ ਉਪਯੋਗੀ ਆ, ਉਹਨੂੰ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ। ਅਜਿਹਾ ਵਿਚਾਰ ਵਿਅਕਤੀ ਦੇ ਮਨ ਵਿੱਚ ਨਿਰਣਾਤਮਕ ਢੰਗ ਨਾਲ ਆਉਂਦਾ ਹੈ, ਉਹੀ ਮੁੱਲ ਕਹਿਲਾਉਂਦਾ ਹੈ। ਤਾਂ ਇਹੀ ਮੁੱਲ ਆ ਜਿਹੜਾ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰਦਾ ਕਿ ਉਸ ਲਈ ਇਹ ਚੀਜ਼ ਜਿਹੜੀ ਲੈ ਰਿਹਾ ਉਹ ਉਪਯੋਗੀ ਹੈਗੀ ਕਿ ਨਹੀਂ ਹੈਗੀ। ਇਸ ਤੋਂ ਬਾਅਦ ਇਹਦੀਆਂ ਡੈਫੀਨੇਸ਼ਨਸ ਨੇ। ਬ੍ਰਾਈਟਮੈਨ ਦੀ ਡੈਫੀਨੇਸ਼ਨ ਆ, ਐਸ.ਟੀ. ਰਾਮ ਦੀ ਡੈਫੀਨੇਸ਼ਨ ਆ। ਇਹਨਾਂ ਦੇ ਵਿੱਚੋਂ ਕੋਈ ਵੀ ਦੋ ਛੋਟੀਆਂ ਡੈਫੀਨੇਸ਼ਨ ਤੁਸੀਂ ਕਰ ਸਕਦੇ ਹੋ। ਹੈਂਡਰਸਨ ਦੀ ਡੈਫੀਨੇਸ਼ਨ ਆ
ਕੋਈ ਵੀ ਵਸਤੂ ਜੋ ਮਨੁੱਖ ਦੀ ਮੰਗ ਨੂੰ ਸੰਤੁਸ਼ਟ ਕਰਦੀ ਹੈ ਮੁੱਲ ਬਣ ਜਾਂਦੀ ਹੈ। Anything which satisfy a human want become thereby value। ਅੱਗੇ ਜੌਨ ਡੀਵੀ ਦੀ ਡੈਫੀਨੇਸ਼ਨ ਆ। ਜੌਨ ਡੀਵੀ ਦੇ ਅਨੁਸਾਰ ਮੁੱਲ ਸ਼ਬਦ ਦੋ ਭਿੰਨ ਅਰਥ ਹਨ। ਇੱਕ ਪਾਸੇ ਤਾਂ ਇਹ ਕਿਸੇ ਵਸਤੂ ਦੇ ਮਹੱਤਵ ਨੂੰ ਪ੍ਰਦਾਨ ਕਰਨ ਦਾ ਵਿਚਾਰ ਹੈ, ਜਿਸ ਨੂੰ ਅਸੀਂ ਉਸ ਦੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਮਹੱਤਵਪੂਰਨ ਸਮਝਦੇ ਹਾਂ ਤੇ ਉਸ ਨੂੰ ਅਸੀਂ ਪਾਉਣਾ ਚਾਹੁੰਦੇ ਹਾਂ। ਇਸ ਤਰ੍ਹਾਂ ਇਸ ਦਾ ਇਸ ਅਰਥ ਵਿੱਚ ਮੁੱਲ ਤੋਂ ਭਾਵ ਪ੍ਰਸ਼ੰਸਾ ਕਰਨਾ, ਪਰੰਤੂ ਮੁੱਲ ਦਾ ਅਰਥ ਵਿਸ਼ੇਸ਼ ਬੌਧਿਕ ਕਿਰਿਆ ਵੀ ਹੈ ਜੋ ਮੁਲਾਂਕਣ ਲਈ ਸਮਾਨਤਾ ਲੱਭਣ ਤੇ ਅਨੁਮਾਨ ਲਗਾਉਣ ਦੀ ਪ੍ਰਕਿਰਿਆ ਹੈ। ਤਾਂ ਅਸੀਂ ਕੋਈ ਵੀ ਜੋ ਸਾਡੀ ਇੱਛਾ ਨੂੰ ਪੂਰੀ ਕਰਦੀ ਆ ਉਹ ਸਾਡੇ ਲਈ ਮਹੱਤਵਪੂਰਨ ਹੁੰਦੀ ਹੈ, ਉਸ ਨੂੰ ਮੁੱਲ ਕਿਹਾ ਜਾਂਦਾ ਹੈ। ਤਾਂ ਮੁੱਲਾਂ ਦੇ ਅਰਥ ਦੇ ਵਿੱਚ ਅੱਗੇ ਅਸੀਂ ਹੋਰ ਵੀ ਪੁਆਇੰਟਾਂ ਦੇ ਵਿੱਚ ਕਰਾਂਗੇ। ਤਾਂ ਇੱਥੇ ਦੇਖਾਂਗੇ ਕਿ ਜੋ ਸਾਨੂੰ ਲਾਈਨਾਂ ਇੰਪੋਰਟੈਂਟ ਲੱਗਦੀਆਂ ਨੇ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ। ਮੁੱਲਾਂ ਦੇ ਉਹਦੇ ਵਿੱਚ ਅਰਥ ਵਿੱਚ ਮੁੱਲ ਵਸਤੂਆਂ ਦੇ ਮਹੱਤਵ ਬਾਰੇ ਵਿਚਾਰ ਹਨ। ਤਾਂ ਇੱਕ ਪੁਆਇੰਟ ਜਿਹੜਾ ਬਣਾਇਆ ਹੋਇਆ ਹੈ, ਮੁੱਲ ਵਸਤੂਆਂ ਦੇ ਮਹੱਤਵ ਬਾਰੇ ਵਿਚਾਰ ਹਨ। ਮੁੱਲ ਪਿਛੇਤਰ ਰੂਪੀ ਅਮੂਰਤੀਕਾਰ ਭਾਵਨਾਵਾਂ ਹਨ। ਇਸ ਦੇ ਗਿਆਨਾਤਮਕ, ਅਨੁਭਵਾਤਮਕ ਤੇ ਕਿਰਿਆਤਮਕ ਪੱਖ ਹਨ। ਮੁੱਲ ਸ਼ਕਤੀ ਭਰਪੂਰ ਸੰਵੇਗਾਤਮਕ ਵਚਨਬੱਧਤਾ ਹੈ। ਜਿਸ ਵਿਅਕਤੀ ਜਿਸ ਵਸਤੂ ਨੂੰ ਮੁੱਲਵਾਨ ਮੰਨਦਾ ਹੈ ਉਸ ਨੂੰ ਪਸੰਦ ਕਰਦਾ ਹੈ, ਉਸ ਦੀ ਚਿੰਤਾ ਕਰਦਾ ਹੈ। ਜਿਵੇਂ ਸਾਡੇ ਜਿਹੜਾ ਧਨ ਦੌਲਤ ਹੈ ਸਾਡੀ, ਅਸੀਂ ਇਸ ਨੂੰ ਪਸੰਦ ਕਰਦੇ ਹਾਂ। ਹਰੇਕ ਇਹ ਚਾਹੁੰਦਾ ਕਿ ਮੈਂ ਧਨਵਾਨ ਬਣਾ, ਉਸ ਦੀ ਅਸੀਂ ਚਿੰਤਾ ਕਰਦੇ ਹਾਂ, ਤਾਂ ਉਹ ਸਾਡੇ ਲਈ ਮੁੱਲ ਆ। ਸਾਰੇ ਵਿਚਾਰਾਂ ਦੀ ਤਰ੍ਹਾਂ ਮੁੱਲ ਦੀ ਹੋਂਦ ਅਨੁਭਵ ਦੇ ਖੇਤਰ ਵਿੱਚ ਨਹੀਂ, ਲੋਕਾਂ ਦੇ ਮਨ ਵਿੱਚ ਹੈ। ਮੁੱਲ ਅੰਨੇ ਹੁੰਦੇ ਹਨ, ਬਿਨਾਂ ਭਾਵਨਾਵਾਂ ਤੋਂ ਸ਼ਕਤੀਹੀਣ ਹੁੰਦੇ ਹਨ ਤੇ ਬਿਨਾਂ ਕਾਰਜ ਤੋਂ ਖਾਲੀ ਹੁੰਦੇ ਹਨ। ਮੁੱਲ ਭਾਵਨਾਵਾਂ ਜਾਂ ਸੰਵੇਗ ਨਹੀਂ, ਫਿਰ ਵੀ ਇਹਨਾਂ ਵਿੱਚ ਇੱਛਾਵਾਂ ਤੇ ਭਾਵ ਸ਼ਾਮਿਲ ਹਨ। ਮੁੱਲ ਖੁਦ ਵਿਸ਼ਵਾਸ ਜਾਂ ਨਿਰਣਾ ਨਹੀਂ ਹਨ, ਪਰੰਤੂ ਉਹ ਚਿੰਤਨ ਵਿੱਚ ਉਸ ਦੇ ਮਾਧਿਅਮ ਨਾਲ ਪ੍ਰਗਟ ਹੁੰਦੇ ਹਨ। ਵਸਤੂਆਂ ਦੇ ਮਹੱਤਵ ਦੀ ਜਾਂਚ ਦੇ ਲਈ ਮੁੱਲਾਂ ਨੂੰ ਸਪਸ਼ਟ ਮਾਪਦੰਡ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ। ਮੁੱਲ ਜ਼ਿਆਦਾ ਜਟਿਲ ਜੀਵਨ ਪਰਿਸਥਿਤੀਆਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਹਨਾਂ ਵਿੱਚ ਚੰਗੀ ਜਾਂ ਬੁਰੀ, ਸੱਚ ਜਾਂ ਝੂਠ, ਸਹੀ ਜਾਂ ਗਲਤ ਵਰਗੀਆਂ ਸਥਿਤੀਆਂ ਸ਼ਾਮਲ ਹੁੰਦੀਆਂ ਹਨ। ਮੁੱਲ ਨਿਰੰਤਰ ਅਨੁਭਵਾਂ ਨਾਲ ਸੰਬੰਧਿਤ ਰਹਿੰਦੇ ਨੇ। ਮੁੱਲਾਂ ਦਾ ਪਰਿਮਾਣਾਤਮਕ ਤੇ ਗੁਣਾਤਮਕ ਅੰਕਲਨ ਸੰਭਵ ਹੈ। ਕੁਆਲਿਟੀ ਤੇ ਕੁਆਂਟੀਟੀ ਦੇ ਪੱਖ ਤੋਂ ਅਸੀਂ ਇਸ ਨੂੰ ਇਵੈਲੂਏਟ ਕਰ ਸਕਦੇ ਹਾਂ। ਮੁੱਲ ਵਿਸ਼ਵਾਸ ਤੇ ਆਚਰਣ ਦੇ ਪ੍ਰਤੀਮਾਨ ਦੇ ਰੂਪ ਵਿੱਚ ਵਿਅਕਤੀ ਅਤੇ ਸਮੂਹਿਕ ਚੋਣ ਦੇ ਮਾਨਕ ਹਨ, ਸਟੈਂਡਰਡ ਨੇ। ਸਾਰੇ ਮੁੱਲ ਸਾਰੇ ਵਿਅਕਤੀਆਂ ਲਈ ਇੱਕ ਸਮਾਨ ਰੂਪ ਵਿੱਚ ਮਹੱਤਵਪੂਰਨ ਨਹੀਂ ਹੁੰਦੇ। ਮੁੱਲ ਹਰੇਕ ਸਮੇਂ ਇੱਕੋ ਜਿਹੇ ਨਹੀਂ ਰਹਿੰਦੇ। ਸਮੇਂ, ਹਾਲਾਤ, ਮੰਗ, ਪਰਿਸਥਿਤੀ ਆਦਿ ਅਨੁਸਾਰ ਇਹਨਾਂ ਦੀ ਤਬਦੀਲੀ ਆਉਂਦੀ ਰਹਿੰਦੀ ਹੈ। ਇਹਨਾਂ ਦਾ ਪ੍ਰਤੱਖ ਸੰਬੰਧ ਮਨੁੱਖੀ ਲਕਸ਼ਾਂ ਨਾਲ ਹੁੰਦਾ ਹੈ। ਵਿਅਕਤੀ ਦਾ ਆਚਰਣ ਤੇ ਉਸ ਰਾਹੀਂ ਨਿਰਧਾਰਿਤ ਮੁੱਲਾਂ ਦੁਆਰਾ ਪ੍ਰੇਰਿਤ ਹੁੰਦਾ ਹੈ। ਨਿੱਜੀ ਤੇ ਅਨਿੱਜੀ ਤੱਤਾਂ ਦੀ ਅੰਤਰਕਿਰਿਆ ਦਾ ਸਹਿਯੋਗ ਦਾ ਪ੍ਰਮਾਣ ਮੁੱਲ ਹਨ। ਮੁੱਲਾਂ ਦਾ ਨਿਰਮਾਣ, ਸੰਰਖਣ ਮੁੱਲ ਮਨੁੱਖ ਦਾ ਮਹੱਤਵਪੂਰਨ ਪ੍ਰਯੋਜਨ ਹਨ। ਵਸਤੂਨਿਸ਼ਟ ਤੇ ਵਿਅਕਤੀਨਿਸ਼ਟ ਹੁੰਦੇ ਨੇ। ਪਰਿਪੂਰਨਤਾ, ਆਤਮ ਅਨੁਭੂਤੀ, ਸੰਤੁਸ਼ਟੀ, ਵਿਕਾਸ, ਸੱਚਾਈ ਆਦਿ ਮੁੱਲਾਂ ਦੇ ਉਦੇਸ਼ ਨੇ। ਜੇ ਮੁੱਲਾਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਹੀ ਬਿਹਤਰ ਸਮਾਜ ਵਿਕਸਿਤ ਹੋਵੇਗਾ। ਤਾਂ ਇਹ ਸਾਰੇ ਪੁਆਇੰਟਸ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਪੁਆਇੰਟਸ ਚੱਕ ਕੇ ਤੁਸੀਂ ਆਪਣਾ ਮੀਨਿੰਗ ਆ ਜਿਹੜਾ ਨੂੰ ਜ਼ਿਆਦਾ ਐਕਸਪਲੇਨ ਕਰ ਸਕਦੇ ਹੋ। ਤਾਂ ਅੱਜ ਦੀ ਵੀਡੀਓ 'ਚ ਅਸੀਂ ਮੀਨਿੰਗ ਤੇ ਡੈਫੀਨੇਸ਼ਨ ਕੀਤੀ ਆ ਵੈਲਿਊਜ਼ ਦੀ। ਅੱਗੇ ਫਿਰ ਕਨਸੈਪਟ ਕਰਾਂਗੇ। ਓਕੇ, ਥੈਂਕਸ।